I mean, subsequent. Anyway, today I've got this copy of Ekam Kar in Punjabi. I'm back home in Delhi, here to escort my parents to Rishikesh tomorrow. See you guys tomorrow. संयम का मतलब होता है कि उसने कुछ भीतर दबा रखा है। सच्चा आदमी संयमी नहीं होता। सच्चा आदमी सिर्फ सच्चा होता है, उसके भीतर कुछ भी दबा नहीं होता। संयमी आदमी हमेशा झूठा होता है, जो ऊपर से दिखाई पड़ता है उससे ठीक उल्टा उसके भीतर दबा होता। उसी को दबाने की कोशिश में वो संयमी हो गया हो। संयमी के भीतर हमेशा बारूद है, जिसमें कभी भी आग लग जाए तो बहुत खतरनाक है। और 24 घंटे भाई क्या हाल है? जो दबाया है उसे एक क्षण को भी फुर्सत दी। दिल्ली आया हूँ मैं एक दिन के लिए, वो निकल के बाहर आ जाए। इसलिए संयमी आदमी को हॉलीडे कभी भी नहीं होता। 24 घंटे जाओ। We're gonna start where we left off yesterday. Hello. What's up? ਦੋਹਾਂ ਦੇ ਵਿਚਕਾਰ ਤੁਹਾਨੂੰ ਵੱਜਣ ਲੱਗੇਗੀ। ਛੋਟੇ ਰੂਪ 'ਚ ਤੁਸੀਂ ਪਰਮਾਤਮਾ ਹੋਣ ਦੀ ਕੋਸ਼ਿਸ਼ 'ਚ ਲੱਗ ਜਾਣਾ ਹੈ। ਜਿਵੇਂ ਜਿਵੇਂ ਤੁਸੀਂ ਉਸ ਵਰਗੇ ਹੋਣ ਲੱਗੋਗੇ ਤਿਵੇਂ ਤਿਵੇਂ ਤਾਲਮੇਲ ਬੈਠਣ ਲੱਗੇਗਾ। ਦੋਹਾਂ ਦੇ ਵਿਚਕਾਰ ਤੁਹਾਨੂੰ ਵੱਜਣ ਲੱਗੇਗੀ। ਅਯੋਨੀ ਸਵੰਭੂ ਹੈ, ਉਹ ਗੁਰ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਕਿਉਂ ਕਹਿੰਦੇ ਹਨ ਗੁਰ ਕਿਰਪਾ ਨਾਲ ਕਿ ਮਨੁੱਖ ਦੀ ਆਪਣੀ ਮਿਹਨਤ ਕਾਫੀ ਨਹੀਂ ਹੈ? ਇਸ ਸੰਬੰਧ ਵਿੱਚ ਗੱਲ ਨੂੰ ਬਾਰੀਕੀ 'ਚ ਸਮਝ ਲੈਣਾ ਜ਼ਰੂਰੀ ਹੈ, ਕਿਉਂਕਿ ਨਾਨਕ ਗੁਰੂ ਉੱਤੇ ਬਹੁਤ ਜ਼ੋਰ ਦੇਣਗੇ। ਉਹ ਕਹਿੰਦੇ ਹਨ ਗੁਰੂ ਤੋਂ ਬਿਨਾਂ ਤਾਂ ਮਿਲ ਹੀ ਨਹੀਂ ਸਕਦਾ ਪਰਮਾਤਮਾ। ਕੀ ਕਾਰਨ ਹੈ? ਜੇਕਰ ਪਰਮਾਤਮਾ ਮੌਜੂਦ ਹੈ ਤਾਂ ਸਿੱਧਾ ਸਿੱਧਾ ਮੈਂ ਉਸ ਨੂੰ ਮਿਲ ਕਿਉਂ ਨਹੀਂ ਸਕਦਾ? ਗੁਰੂ ਨੂੰ ਵਿਚਕਾਰ ਲਿਆਉਣ ਦੀ ਲੋੜ ਕੀ ਹੈ? गलत विचार म्यूजिक। ਕ੍ਰਿਸ਼ਨ ਮੂਰਤੀ ਕਹਿੰਦੇ ਨੇ ਕਿ ਗੁਰੂ ਦੀ ਕੋਈ ਲੋੜ ਨਹੀਂ। ਤਰਕ ਨੂੰ ਬੁੱਧੀ ਨੂੰ ਠੀਕ ਵੀ ਮਾਲੂਮ ਹੁੰਦਾ ਹੈ ਕੀ ਲੋੜ ਹੈ। ਜਦ ਪਰਮਾਤਮਾ ਮੌਜੂਦ ਹੈ, ਮੈਂ ਵੀ ਪਰਮਾਤਮਾ ਤੋਂ ਪੈਦਾ ਹੋਇਆ, ਗੁਰੂ ਵੀ ਪਰਮਾਤਮਾ ਤੋਂ ਪੈਦਾ ਹੋਇਆ, ਤਾਂ ਗੁਰੂ ਨੂੰ ਵਿਚਾਲੇ ਕਿਉਂ ਖੜਾ ਕਰਨਾ? ਕੀ ਜ਼ਰੂਰਤ ਹੈ? ਮਨ ਤਾਂ ਇਹ ਚਾਹੁੰਦਾ ਹੈ ਕਿ ਗੁਰੂ ਨੂੰ ਵਿਚਾਲੇ ਖੜਾ ਨਾ ਕੀਤਾ ਜਾਏ। ਇਸ ਲਈ ਕ੍ਰਿਸ਼ਨਾ ਮੂਰਤੀ ਦੇ ਆਲੇ ਦੁਆਲੇ ਹੰਕਾਰੀ ਲੋਕਾਂ ਦੀ ਜਮਾਤ ਇਕੱਠੀ ਹੋ ਗਈ। ਕ੍ਰਿਸ਼ਨਾ ਮੂਰਤੀ ਬਿਲਕੁਲ ਠੀਕ ਕਹਿੰਦੇ ਹਨ, ਗੁਰੂ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਆਪਣੇ ਹੰਕਾਰ ਨੂੰ ਮਿਟਾਉਣ 'ਚ ਆਪੇ ਹੀ ਸਮਰਥ ਹੋ ਜਾਓ। ਲੇਕਿਨ ਆਪਣੇ ਹੰਕਾਰ ਨੂੰ ਮਿਟਾਉਣਾ ਉਨਾ ਹੀ ਕਠਿਨ ਹੈ ਜਿੰਨਾ ਆਪਣੇ ਬੂਟ ਦੇ ਫੀਤੇ ਨੂੰ ਫੜ ਕੇ ਆਪਣੇ ਆਪ ਨੂੰ ਚੁੱਕਣਾ। ਆਪਣੇ ਹੰਕਾਰ ਦਾ ਮਿਟਾਉਣਾ ਉਨਾ ਹੀ ਔਖਾ ਹੈ ਜਿਵੇਂ ਕੁੱਤਾ ਆਪਣੀ ਹੀ ਪੁੱਛ ਨੂੰ ਫੜਨ ਦੀ ਕੋਸ਼ਿਸ਼ ਕਰੇ। ਜਿੰਨੀ ਜ਼ੋਰ ਨਾਲ ਛਾਲ ਮਾਰਦਾ ਹੈ ਉਨੀ ਜ਼ੋਰ ਨਾਲ ਪੂੰਛ ਵੀ ਛਾਲ ਮਾਰਦੀ ਹੈ। ਆਪਣੇ ਹੰਕਾਰ ਨੂੰ ਤੁਸੀਂ ਮਿਟਾਓਗੇ ਕਿਵੇਂ? ਜੇਕਰ ਮਿਟਾ ਸਕਦੇ ਹੋ ਤਾਂ ਕ੍ਰਿਸ਼ਨਾ ਮੂਰਤੀ ਠੀਕ ਕਹਿੰਦੇ ਹਨ, ਬਿਲਕੁਲ ਠੀਕ ਕਹਿੰਦੇ ਹਨ। ਕੋਈ ਵੀ ਲੋੜ ਨਹੀਂ ਹੈ ਕਿਸੇ ਗੁਰੂ ਦੀ। ਲੇਕਿਨ ਇਹੀ ਸਾਰੀ ਉਲਝਣ ਹੈ। ਜੇਕਰ ਤੁਸੀਂ ਆਪਣੇ ਹੰਕਾਰ ਨੂੰ ਮਿਟਾਉਣ 'ਚ ਸਮਰਥ ਵੀ ਹੋ ਜਾਓ, ਤੁਸੀਂ ਕਹੋ ਕਿ ਮੈਂ ਆਪਣਾ ਹੰਕਾਰ ਮਿਟਾ ਦਿੱਤਾ, ਤਾਂ ਇਹ ਨਵਾਂ ਹੰਕਾਰ ਪੈਦਾ ਹੋ ਗਿਆ। ਪੁਰਾਣੇ ਤੋਂ ਬਹੁਤਾ ਖਤਰਨਾਕ ਹੈ। ਗੁਰੂ ਦੀ ਇਸ ਲਈ ਲੋੜ ਹੈ ਕਿ ਇਹ ਦੂਜਾ ਹੰਕਾਰ ਪੈਦਾ ਨਾ ਹੋ ਸਕੇ। ਤੁਸੀਂ ਕਹੋਗੇ ਗੁਰੂ ਪ੍ਰਸਾਦ ਨਾਲ ਤੁਸੀਂ ਇਹ ਹੰਕਾਰ ਨਹੀਂ, ਤਾਂ ਤੁਸੀਂ ਇਹ ਬਣਾ ਲਓਗੇ ਕਿ ਮੈਂ ਕਿੰਨਾ ਨਿਮਰਤਾਵਾਨ ਹਾਂ। ਮੇਰੇ ਜਿਹਾ ਕੋਈ ਵੀ ਨਿਮਰਤਾ ਵਾਲਾ ਨਹੀਂ ਹੈ। ਹੁਣ ਇਸ ਮੈਂ ਨੇ ਨਵੇਂ ਰਾਹ ਫੜ ਲਏ। ਇਸ ਹੰਕਾਰ ਨੇ ਨਵੀਆਂ ਕਾਢਾਂ ਲੱਭ ਲਈਆਂ। ਕੱਲ੍ਹ ਕਹਿੰਦਾ ਸੀ ਮੇਰੇ ਜਿਹਾ ਧਨੀ ਕੋਈ ਵੀ ਨਹੀਂ, ਆਕੜ। ਅੱਜ ਕਹਿੰਦਾ ਹੈ ਮੇਰੇ ਜਿਹਾ ਨਿਮਰਤਾਵਾਨ ਕੋਈ ਨਹੀਂ, ਆਕੜ ਉਹੀ ਹੈ। ਰੱਸੀ ਸੜ ਗਈ, ਵੱਟ ਰਹਿ ਗਏ। ਆਕੜ ਨੂੰ ਕੌਣ ਮਿਟਾਏਗਾ? ਇਸ ਲਈ ਨਾਨਕ ਦਾ ਜ਼ੋਰ ਹੈ ਗੁਰੂ ਤੇ। ਪਰਮਾਤਮਾ ਨੂੰ ਪਾਉਣ 'ਚ ਤਾਂ ਕੋਈ ਅੜਚਨ ਨਹੀਂ, ਸਿੱਧੇ ਹੀ ਪਾਇਆ ਜਾ ਸਕਦਾ ਹੈ, ਕਿਉਂਕਿ ਉਹ ਸਾਹਮਣੇ ਹੀ ਮੌਜੂਦ ਹੈ, ਤੁਹਾਡੇ ਨੱਕ ਦੀ ਬਿਲਕੁਲ ਸੇਧ 'ਚ। ਜਿੱਥੇ ਤੁਸੀਂ ਜਾਂਦੇ ਹੋ ਸਾਰੇ ਪਾਸੇ ਉਹ ਮੌਜੂਦ ਹੈ। ਪਰ ਇੱਕ ਅੜਚਨ ਹੈ, ਅਤੇ ਉਹ ਅੜਚਨ ਇਹ ਹੈ ਕਿ ਤੁਸੀਂ ਵਿੱਚ ਖਲੋਤੇ ਹੋ। ਇਸ ਨੂੰ ਤੁਸੀਂ ਕਿਵੇਂ ਮਿਟਾਓਗੇ? ਇਸ ਲਈ ਗੁਰੂ ਪ੍ਰਸਾਦ ਨਾਲ ਸਾਧਕ ਮਿਹਨਤ ਕਰੇਗਾ, ਲੇਕਿਨ ਧਾਰਨਾ ਇਹ ਹੀ ਰੱਖੇਗਾ, ਹੋਏਗਾ ਗੁਰੂ ਦੀ ਕਿਰਪਾ ਨਾਲ। ਇਹ ਜਿਹੜੀ ਗੁਰੂ ਕਿਰਪਾ ਦੀ ਧਾਰਨਾ ਹੈ,
ਇਹ ਤੁਹਾਡੇ ਹੰਕਾਰ ਨੂੰ ਬਣਨ ਨਹੀਂ ਦੇਵੇਗੀ, ਪੁਰਾਣੇ ਨੂੰ ਮਿਟਾ ਦੇਵੇਗੀ, ਨਵੇਂ ਨੂੰ ਬਣਨ ਨਹੀਂ ਦੇਵੇਗੀ। ਨਹੀਂ ਤਾਂ ਇੱਕ ਬਿਮਾਰੀ ਜਾਂਦੀ ਹੈ ਅਤੇ ਦੂਜੀ ਉਸ ਦੀ ਥਾਂ ਖੜੀ ਹੋ ਜਾਂਦੀ ਹੈ। ਅਤੇ ਇਸ ਲਈ ਇੱਕ ਬੜੇ ਮਜ਼ੇ ਦੀ ਘਟਨਾ ਘਟੀ ਹੈ। ਕ੍ਰਿਸ਼ਨਾ ਮੂਰਤੀ ਦੇ ਕੋਲ ਹੰਕਾਰੀਆਂ ਦੀ ਜਮਾਤ ਇਕੱਠੀ ਹੋ ਗਈ ਹੈ। ਉਹ ਜਮਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਚਾਹੁੰਦੇ। ਉਹਨਾਂ ਨੂੰ ਬਿਲਕੁਲ ਰਾਹਤ ਮਿਲ ਗਈ, ਕਿਸੇ ਦੇ ਪੈਰੀਂ ਹੱਥ ਲਾਉਣਾ ਨਹੀਂ ਚਾਹੁੰਦੇ। ਉਹਨਾਂ ਨੂੰ ਵੱਡਾ ਸਹਾਰਾ ਮਿਲ ਗਿਆ। ਉਹਨਾਂ ਨੇ ਕਿਹਾ ਗੁਰੂ ਦੀ ਕੋਈ ਜ਼ਰੂਰਤ ਹੀ ਨਹੀਂ, ਅਸੀਂ ਆਪੇ ਹੀ ਪਾਲਵਾਂਗੇ। ਅਤੇ ਇਹੀ ਅੜਚਨ ਹੈ। ਜੇਕਰ ਨਾਨਕ ਵਰਗਾ ਆਦਮੀ ਕ੍ਰਿਸ਼ਨਾ ਮੂਰਤੀ ਦੇ ਕੋਲ ਹੋਵੇ, ਰਾਮ ਕ੍ਰਿਸ਼ਨ ਵਰਗਾ ਮਨੁੱਖ ਕ੍ਰਿਸ਼ਨਾ ਮੂਰਤੀ ਦੇ ਕੋਲ ਹੋਵੇ ਤਾਂ ਕੋਈ ਅੜਚਨ ਨਹੀਂ ਹੈ। ਪਰ ਜਿਹੜੇ ਲੋਕ ਇਕੱਠੇ ਹੁੰਦੇ ਹਨ ਉਹ ਉਹੀ ਲੋਕ ਹਨ ਜਿਹੜੇ ਹੰਕਾਰ ਮਿਟਾਉਣ 'ਚ ਸਮਰਥ ਨਹੀਂ ਹਨ। ਉਹਨਾਂ ਨੂੰ ਗੁਰੂ ਦੀ ਲੋੜ ਹੈ। ਇਹ ਬੜੇ ਮਜ਼ੇ ਦੀ ਘਟਨਾ ਹੈ। ਕ੍ਰਿਸ਼ਨਾ ਮੂਰਤੀ ਦੇ ਕੋਲ ਜਿਵੇਂ ਵੀ ਲੋਕ ਹਨ ਉਹਨਾਂ ਨੂੰ ਗੁਰੂ ਦੀ ਲੋੜ ਹੈ। ਨਾਨਕ ਦੇ ਕੋਲ ਜਿੰਨੇ ਲੋਕ ਸਨ ਉਹ ਬਿਨਾਂ ਗੁਰੂ ਤੋਂ ਵੀ ਪਾ ਸਕਦੇ ਸੀ। ਤੁਸੀਂ ਕਹੋਗੇ ਕਿ ਮੈਂ ਬੁਝਾਰਤ ਪਾ ਰਿਹਾ ਹਾਂ। ਨਾਨਕ ਦੇ ਕੋਲ ਜਿਹੜੇ ਲੋਕ ਸੀ ਉਹ ਬਿਨਾਂ ਗੁਰੂ ਤੋਂ ਵੀ ਪਾ ਸਕਦੇ ਸੀ, ਕਿਉਂਕਿ ਉਹ ਤਿਆਰ ਸੀ ਗੁਰੂ ਪ੍ਰਸਾਦ ਨੂੰ ਸਵੀਕਾਰ ਕਰਨ ਲਈ। ਉਹ ਤਿਆਰ ਸੀ ਆਪਣੇ ਆਪ ਨੂੰ ਛੱਡਣ ਲਈ। ਪਾਇਆ ਤਾਂ ਬਿਨਾਂ ਗੁਰੂ ਤੋਂ ਹੀ ਜਾਂਦਾ ਹੈ, ਲੇਕਿਨ ਗੁਰੂ ਦੀ ਧਾਰਨਾ ਤੁਹਾਡੇ ਹੰਕਾਰ ਦੇ ਖਾਤਮੇ 'ਚ ਸਹਿਯੋਗੀ ਹੋ ਜਾਂਦੀ ਹੈ। ਤੁਸੀਂ ਆਕੜ ਨਾਲ ਨਹੀਂ ਭਰਦੇ। ਨਹੀਂ ਤਾਂ ਤੁਸੀਂ ਕਹੋਗੇ ਸ਼ੀਰਸ਼ ਆਸਣ ਕਰਦਾ ਹਾਂ 3 ਘੰਟੇ, ਸਵੇਰੇ ਧਿਆਨ ਕਰਦਾ ਹਾਂ। ਇੱਕ ਪਤਨੀ ਮੇਰੇ ਕੋਲ ਆਈ ਅਤੇ ਉਸਨੇ ਕਿਹਾ ਮੇਰੇ ਪਤੀ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਕੁਝ ਸਮਝਾਓ। ਹੁਣ ਹੱਦ ਹੋ ਗਈ। ਸਿੱਖ ਹਨ ਪਤੀ, ਕੀ ਹੋਇਆ? ਉਸਨੇ ਕਿਹਾ ਉਹ ਰਾਤ 2 ਵਜੇ ਹੀ ਉੱਠ ਜਾਂਦੇ ਹਨ ਅਤੇ ਜਪਜੀ ਦਾ ਪਾਠ ਸ਼ੁਰੂ ਕਰ ਦਿੰਦੇ ਹਨ ਅਤੇ ਘਰ 'ਚ ਸੌਣਾ ਮੁਸ਼ਕਿਲ ਹੋ ਗਿਆ ਹੈ। ਨਾ ਬੱਚੇ ਸੌਂ ਸਕਦੇ ਹਨ, ਨਾ ਮੈਂ ਸੌਂ ਸਕਦੀ ਹਾਂ। ਅਤੇ ਉਹਨਾਂ ਨੂੰ ਕੁਝ ਕਹੋ ਤਾਂ ਉਹ ਕਹਿੰਦੇ ਹਨ ਤੁਸੀਂ ਸਾਰੇ ਉੱਠ ਕੇ ਪਾਠ ਕਰੋ। ਤਾਂ ਕੀ ਕਰਾਂ? ਉਹ ਮੈਂ ਪਤੀ ਨੂੰ ਸੱਦਿਆ। ਉਹ ਮੇਰੇ ਕੋਲ ਆਉਂਦੇ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਕਦੋਂ ਉੱਠ ਕੇ ਪਾਠ ਕਰਦੇ ਹੋ? ਉਹਨਾਂ ਨੇ ਕਿਹਾ ਸਵੇਰੇ, ਪ੍ਰਭਾਤ ਵੇਲੇ, ਬਸ 2 ਵਜੇ ਸਵੇਰੇ ਉੱਠ ਜਾਂਦਾ ਹਾਂ। ਉਹਨਾਂ ਲਈ 2 ਵਜੇ ਸਵੇਰਾ ਹੈ। ਤਾਂ ਮੈਂ ਕਿਹਾ ਤੁਹਾਡੀ ਜਿਹੜੀ ਸਵੇਰ ਹੈ ਉਹ ਦੂਜਿਆਂ ਲਈ ਬਹੁਤ ਖਤਰਨਾਕ ਹੋ ਗਈ ਹੈ। ਉਹ ਕਹਿਣ ਲੱਗੇ ਉਹ ਉਹਨਾਂ ਦੀ ਗਲਤੀ ਹੈ, ਉਹਨਾਂ ਸਾਰਿਆਂ ਨੂੰ ਉੱਠਣਾ ਚਾਹੀਦਾ ਹੈ। ਆਲਸੀ ਹਨ, ਕਾਹਿਲ ਹਨ, ਸੁਸਤ ਹਨ। ਹੋਰ ਮੈਂ ਤਾਂ ਸਾਰਿਆਂ ਦੀ ਸੇਵਾ ਹੀ ਕਰਦਾ ਹਾਂ, ਜ਼ੋਰ ਨਾਲ ਜਪਜੀ ਦਾ ਪਾਠ ਕਰਦਾ ਹਾਂ। ਮੁਹੱਲੇ ਗੁਆਂਢ ਦੇ ਲੋਕਾਂ ਦੇ ਕੰਨਾਂ 'ਚ ਵੀ ਆਵਾਜ਼ ਪੈ ਜਾਂਦੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਐਵੇਂ ਕਰੋ, ਥੋੜ੍ਹੀ ਘੱਟ ਸੇਵਾ ਕਰੋ ਮੁਹੱਲੇ ਗੁਆਂਢ ਦੀ। ਤੁਸੀਂ 4 ਵਜੇ ਹੌਲੀ ਹੌਲੀ ਲਿਆਉਣਾ ਠੀਕ ਹੈ, ਨਹੀਂ ਤਾਂ ਜਿਹੜੇ ਚੜ੍ਹੇ ਹੋਏ ਲੋਕ ਹਨ ਉਹਨਾਂ ਨੂੰ ਹੇਠਾਂ ਲਿਆਉਣਾ ਬਹੁਤ ਔਖਾ ਹੈ। ਉਹਨਾਂ ਨੇ ਕਿਹਾ ਅਜਿਹਾ ਕਦੇ ਨਹੀਂ ਹੋ ਸਕਦਾ। ਤੁਹਾਡੇ ਮੁਖ ਤੋਂ ਤੁਸੀਂ ਮੇਰਾ ਧਰਮ ਖੋਣਾ ਚਾਹੁੰਦੇ ਹੋ। ਹੁਣ ਇਹ ਉਹਨਾਂ ਦੀ ਆਕੜ ਹੈ, ਪਰ ਮੇਰੇ ਜਿਹਾ ਪਾਠ ਕਰਨ ਵਾਲਾ ਕੋਈ ਨਹੀਂ ਅਤੇ ਇਹ ਵੀ ਆਕੜ ਵਿਘਨ ਹੈ। ਜੀਵਨ ਭਰ ਦੁਹਰਾਉਂਦੇ ਰਹੇ ਜਪਜੀ ਨੂੰ। ਅਸਲੀ ਸਵਾਲ ਤਾਂ ਆਕੜ ਦਾ ਮਿਟਾਉਣਾ ਹੈ। ਇਸ ਲਈ ਨਾਨਕ ਬਾਰ-ਬਾਰ ਕਹਿਣਗੇ ਕਿ ਕੀ ਤੁਸੀਂ ਕਰਦੇ ਹੋ। ਇਸ ਨਾਲ ਕੁਝ ਵੀ ਨਹੀਂ ਹੋਏਗਾ ਜਦ ਤੱਕ ਤੁਸੀਂ ਨਾ ਮਿਟ ਜਾਓ। ਇਹ ਗੁਰੂ ਦੀ ਧਾਰਨਾ ਆਪਣੇ ਆਪ ਨੂੰ ਮਿਟਾਉਣ ਦੀ ਵੱਡੀ ਕੀਮੀਆ ਹੈ, ਕਿਉਂਕਿ ਕਰਦੇ ਤੁਸੀਂ ਕੁਝ, ਕਹਿੰਦੇ ਤੁਸੀਂ ਉਹ ਗੁਰੂ ਪ੍ਰਸਾਦ ਨਾਲ, ਉਸ ਦੀ ਕਿਰਪਾ ਨਾਲ ਹੋ ਰਹੀ ਹੈ। ਮੈਂ ਕਰ ਰਿਹਾ ਹਾਂ, ਬਸ ਅੜਚਨ ਖੜੀ ਹੋ ਗਈ। ਜੇਕਰ ਤੁਸੀਂ ਆਪਣੇ ਮੈਂ ਨੂੰ ਬਿਨਾਂ ਕਿਸੇ ਦੇ ਆਸਰੇ ਖਤਮ ਕਰ ਦਿਓ ਤਾਂ ਗੁਰੂ ਦੀ ਕੋਈ ਲੋੜ ਨਹੀਂ ਹੈ। ਪਰ ਕਰੋੜਾਂ ਵਿੱਚੋਂ ਕੋਈ ਇੱਕ ਮਨੁੱਖ ਬਿਨਾਂ ਗੁਰੂ ਦੇ ਖਤਮ ਕਰ ਪਾਉਂਦਾ ਹੈ। ਇਸ ਲਈ ਉਹ ਅਪਵਾਦ ਹੈ। ਇਸ ਲਈ ਉਸ ਨੂੰ ਸਾਨੂੰ ਗਿਣਤੀ 'ਚ ਲੈਣਾ ਨਹੀਂ ਚਾਹੀਦਾ। ਉਸ ਦੇ ਕਾਰਨ ਨੇਮ ਨਹੀਂ ਬਣਾਉਣਾ ਚਾਹੀਦਾ। ਕਦੀ ਕਦੀ ਅਜਿਹਾ ਵੀ ਹੋ ਜਾਂਦਾ ਹੈ, ਕੋਈ ਮਨੁੱਖ ਬਿਨਾਂ ਗੁਰੂ ਤੋਂ ਮੁਕਾ ਦਿੰਦਾ ਹੈ, ਪਰ ਇਸ ਦੇ ਲਈ ਬੜੀ ਡੂੰਘੀ ਸਮਝ ਚਾਹੀਦੀ ਹੈ ਜਿਹੜੀ ਤੁਹਾਡੇ ਕੋਲ ਨਹੀਂ ਹੈ। ਇਸ ਲਈ ਇੰਨੀ ਡੂੰਘੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਹੰਕਾਰ ਨੂੰ ਅੱਖ ਦੇ ਸਾਹਮਣੇ ਖੜਾ ਕਰਕੇ ਵੇਖ ਲਵੇ ਅਤੇ ਸਿਰਫ ਵੇਖਣ ਨਾਲ ਹੰਕਾਰ ਖਤਮ ਹੋ ਜਾਵੇ। ਉਸ ਦੇ ਲਈ ਅਜਿਹੀ ਅੱਖ ਚਾਹੀਦੀ ਹੈ ਜਿਹੋ ਜਿਹੀ ਸ਼ਿਵ ਦੇ ਕੋਲ ਹੈ ਕਿ ਕਾਮਦੇਵ ਨੂੰ ਵੇਖ ਲਿਆ ਅਤੇ ਕਾਮਦੇਵ ਭਸਮ ਹੋ ਗਏ। ਇੰਨੀ ਅਵੇਅਰਨੈਸ, ਇੰਨਾ ਹੋਸ਼ ਚਾਹੀਦਾ ਹੈ। ਕੋਈ ਬੁੱਧ, ਕੋਈ ਕ੍ਰਿਸ਼ਨਾ ਮੂਰਤੀ ਕਦੇ ਇੰਨੀ ਗਹਿਣਤਾ ਨਾਲ ਵੇਖ ਲੈਂਦੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਵੇਖਣ ਦੇ ਤੇਜ ਵਿੱਚ ਹੀ ਸਾਰਾ ਕੁਝ ਮੁੱਕ ਜਾਂਦਾ ਹੈ। ਫਿਰ ਦੂਜਾ ਭਾਵ ਪੈਦਾ ਨਹੀਂ ਹੁੰਦਾ। ਸਾਰੀ ਸੁਆਹ ਢਹਿ ਪਈ। ਉਸ ਨੂੰ ਖਿਆਲ ਹੀ ਨਹੀਂ ਰਹਿੰਦਾ ਕਿ ਮੈਂ ਕੁਝ ਕੀਤਾ ਹੈ, ਹੋਇਆ। ਲੇਕਿਨ ਤੁਸੀਂ ਕੁਝ ਵੀ ਕਰੋਗੇ, ਅੰਦਰ ਇੱਕ ਧੁਨ ਵੱਜਦੀ ਰਹਿੰਦੀ ਹੈ, ਮੈਂ ਕੀਤਾ ਹੈ। ਭਜਨ ਕਰੋ ਤਾਂ ਮੈਂ ਕੀਤਾ ਹੈ, ਧਿਆਨ ਕਰੋ ਤਾਂ ਮੈਂ ਕੀਤਾ ਹੈ, ਪੂਜਾ ਕਰੋ ਤਾਂ ਮੈਂ ਕੀਤੀ ਹੈ। ਤੁਹਾਡਾ ਮੈਂ ਤਾਂ ਹਰ ਪਾਸਿਓਂ ਬਣਦਾ ਹੈ। ਉਹ ਇੱਕ ਨੂੰ ਅਸੀਂ ਛੱਡ ਦਈਏ, ਕਿਉਂਕਿ ਉਸ ਇੱਕ ਨੂੰ ਵਿਚਾਲੇ ਲੈਣ ਦੀ ਕੋਈ ਲੋੜ ਨਹੀਂ ਹੈ। ਇਹ ਤਾਂ ਪਾ ਲਵੇਗਾ, ਪਰ ਉਹ ਜਿਹੜੇ ਕਰੋੜਾਂ ਲੋਕ ਹਨ, ਉਹਨਾਂ ਕਰੋੜਾਂ ਲੋਕਾਂ ਦੇ ਲਈ ਪਾਉਣ ਦਾ ਇੱਕ ਹੀ ਉਪਾਅ ਹੈ ਕਿ ਉਹ ਜੋ ਸਾਧਨਾ ਕਰਨ,
ਭਾਵ ਇਹੀ ਰੱਖਣ ਕਿ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਭਾਵ ਨਾਲ ਹੋਇਆ। ਭਾਰਤ ਵਿੱਚ ਬੜੀ ਪੁਰਾਣੀ ਅਖੌਤ ਹੈ ਕਿ ਜਦੋਂ ਸਤਯੁਗ ਸੀ ਤਦ ਗੁਰੂ ਦੀ ਇੰਨੀ ਲੋੜ ਨਹੀਂ ਸੀ, ਲੇਕਿਨ ਕਲਯੁਗ 'ਚ ਗੁਰੂ ਦੀ ਬੜੀ ਲੋੜ ਹੋਵੇਗੀ। ਕੀ ਕਾਰਨ ਹੈ? ਹਿੰਦੂ ਕਿਹੜੇ ਹਿਸਾਬ ਨਾਲ ਵੰਡਦੇ ਹਨ ਸੰਸਾਰ ਨੂੰ? ਸਤਯੁਗ ਉਹ ਕਹਿੰਦੇ ਹਨ ਉਸ ਸਮੇਂ ਨੂੰ ਜਦ ਲੋਕ ਬੜੇ ਸੁਚੇਤ ਸਨ, ਬੜੇ ਸਾਵਧਾਨ ਸੀ, ਅਤੇ ਕਲਯੁਗ ਉਹ ਕਹਿੰਦੇ ਹੈ ਉਸ ਯੁੱਗ ਨੂੰ ਜਦ ਲੋਕ ਬੜੇ ਸੁੱਤੇ ਹੋਏ ਹਨ, ਬੇਹੋਸ਼ ਹਨ। ਇਸ ਲਈ ਬੁੱਧ ਦਾ ਜਾਂ ਮਹਾਵੀਰ ਦਾ ਧਰਮ ਅੱਜ ਉਨੇ ਕੰਮ ਦਾ ਨਹੀਂ ਹੈ ਜਿੰਨਾ ਨਾਨਕ ਦਾ ਧਰਮ। ਨਾਨਕ ਦਾ ਧਰਮ ਨਵਾਂ ਨਕੋਰ ਧਰਮ ਹੈ, ਹਾਲਾਂਕਿ ਉਸ ਨੂੰ ਵੀ 500 ਸਾਲ ਹੋ ਗਏ, ਉਹ ਵੀ ਕਾਫੀ ਪੁਰਾਣਾ ਹੋ ਗਿਆ ਹੈ। ਹੋਰ ਨਵਾਂ ਚਾਹੀਦਾ, ਕਿਉਂਕਿ ਬੁੱਧ ਅਤੇ ਮਹਾਵੀਰ ਜਿਨ੍ਹਾਂ ਨਾਲ ਗੱਲ ਕਰ ਰਹੇ ਸੀ ਉਹ ਸਾਡੇ ਨਾਲੋਂ ਬਹੁਤੇ ਸੁਚੇਤ ਲੋਕ ਸਨ। ਉਹ ਸਾਥੋਂ ਬਹੁਤ ਪ੍ਰਬੁੱਧ ਲੋਕ ਸਨ, ਉਹ ਸਾਥੋਂ ਬਹੁਤ ਸਰਲ ਲੋਕ ਸੀ। ਫਿਰ ਕ੍ਰਿਸ਼ਨਾ ਜਿਨ੍ਹਾਂ ਨਾਲ ਗੱਲ ਕਰ ਰਹੇ ਸੀ ਉਹ ਹੋਰ ਵੀ ਸਰਲ ਲੋਕ ਸੀ। ਜਿੰਨਾ ਹੀ ਅਸੀਂ ਪਿੱਛੇ ਜਾਂਦੇ ਹਾਂ ਉਨੀ ਹੀ ਸਰਲਤਾ ਹੈ। ਜਿਵੇਂ ਇੱਕ ਆਦਮੀ ਪਿੱਛੇ ਪਰਤੇ ਤਾਂ ਆਪਣੇ ਬਚਪਨ 'ਚ ਸਰਲ ਹੁੰਦਾ ਹੈ, ਜਵਾਨੀ 'ਚ ਥੋੜ੍ਹਾ ਕਠਨ ਹੋ ਜਾਂਦਾ ਹੈ, ਬੁਢਾਪੇ 'ਚ ਤਾਂ ਉਹ ਬਿਲਕੁਲ ਗੁੰਝਲਦਾਰ ਹੋ ਜਾਂਦਾ ਹੈ। ਬੁੱਢੇ ਆਦਮੀ ਤੋਂ ਤਾਂ ਪਾਰ ਪਾਉਣਾ ਹੀ ਮੁਸ਼ਕਿਲ ਹੈ। ਉਸ ਨੂੰ ਕੁਝ ਵੀ ਪਤਾ ਨਹੀਂ, ਪਰ ਉਹ ਸਮਝਦਾ ਹੈ ਕਿ ਮੈਨੂੰ ਸਭ ਪਤਾ ਹੈ। ਜ਼ਿੰਦਗੀ ਦੀਆਂ ਠੋਕਰਾਂ ਖਾਧੀਆਂ ਹਨ, ਇੱਧਰ ਉੱਧਰ ਡਿੱਗਿਆ ਹੈ, ਕਹਿੰਦਾ ਹੈ ਅਨੁਭਵ ਬਹੁਤ ਹੈ, ਠੀਕਰੇ ਇਕੱਠੇ ਕੀਤੇ ਹਨ, ਪਰ ਉਹ ਸੋਚਦਾ ਹੈ ਕਿ ਵੱਡੇ ਅਨੁਭਵ ਨਾਲ ਗਿਆਨ ਇਕੱਠਾ ਕਰ ਲਿਆ ਹੈ। ਬੱਚਾ ਸਰਲ ਹੈ, ਉਹ ਸਤਯੁਗ ਹੈ। ਬੁੱਢਾ ਬਹੁਤ ਗੁੰਝਲਦਾਰ ਹੈ, ਉਹ ਕਲਯੁਗ ਹੈ। ਅਤੇ ਬੁੱਢੇ ਦੀ ਬੇਹੋਸ਼ੀ ਵੱਧਦੀ ਹੀ ਜਾਂਦੀ ਹੈ, ਵਧਣੀ ਹੀ ਚਾਹੀਦੀ ਹੈ, ਕਿਉਂਕਿ ਮੌਤ ਨੇੜੇ ਹੈ। ਬੱਚੇ ਦਾ ਹੋਸ਼ ਬਹੁਤ ਤਾਜ਼ਾ ਹੁੰਦਾ ਹੈ, ਕਿਉਂਕਿ ਜੀਵਨ ਦਾ ਸਰੋਤ ਬਹੁਤ ਨੇੜੇ ਹੈ। ਬੱਚਾ ਅਜੇ ਪਰਮਾਤਮਾ ਤੋਂ ਨਿਕਲੀ ਲਹਿਰ ਵਾਂਗ ਹੈ। ਬੁੱਢਾ ਧੂੜ ਨਾਲ ਭਰ ਗਿਆ, ਪਰਮਾਤਮਾ 'ਚ ਡਿੱਗਣ ਦੇ ਨੇੜੇ ਹੈ। ਬੱਚਾ ਤਾਜ਼ਾ ਫੁੱਲ ਹੈ, ਬੁੱਢਾ ਮੁਰਝਾ ਗਿਆ, ਜਾਣ ਦੇ ਨੇੜੇ ਹੈ। ਜੀਵਨ ਸ਼ਕਤੀ ਮੁੱਕ ਰਹੀ ਹੈ। ਕਲਯੁਗ ਦਾ ਅਰਥ ਹੈ ਉਹ ਸਮਾਂ ਜਦੋਂ ਅੰਤ ਨੇੜੇ ਆ ਰਿਹਾ ਹੈ, ਜ਼ਿੰਦਗੀ ਬੁੱਢੀ ਹੋ ਗਈ। ਉਸ ਕਲਯੁਗ ਵਿੱਚ ਤਾਂ ਗੁਰੂ ਤੋਂ ਬਿਨਾਂ ਬਿਲਕੁਲ ਨਹੀਂ ਹੋ ਸਕੇਗਾ, ਕਿਉਂਕਿ ਤੁਸੀਂ ਹਰ ਹਾਲ 'ਚ ਆਪਣੇ ਹੰਕਾਰ ਨਾਲ ਭਰ ਜਾਓਗੇ। ਜਦ ਤੁਸੀਂ ਨਿੱਕੇ ਨਿੱਕੇ ਕੰਮ ਕਰਕੇ ਹੰਕਾਰ ਨਾਲ ਭਰ ਜਾਂਦੇ ਹੋ ਤਾਂ ਤੁਸੀਂ ਸਾਧਨਾ ਕਰਕੇ ਕਿਵੇਂ ਨਹੀਂ ਭਰੋਗੇ? ਤੁਸੀਂ ਇੱਕ ਛੋਟਾ ਜਿਹਾ ਮਕਾਨ ਬਣਾ ਲਿਆ ਤਾਂ ਤੁਸੀਂ ਆਕੜਦੇ ਫਿਰਦੇ ਹੋ, ਜਾਂ ਤੁਸੀਂ ਇੱਕ ਤਿਜੋਰੀ ਭਰ ਲਈ, ਤੁਸੀਂ ਆਕੜੇ ਫਿਰਦੇ ਹੋ। ਜਦ ਤੁਸੀਂ ਪਰਮ ਧਨ ਦੀ ਖੋਜ 'ਚ ਜਾਓਗੇ ਤਾਂ ਤੁਹਾਡੀ ਆਕੜ ਹੋਰ ਵਧੇਰੀ ਹੋ ਜਾਏਗੀ। ਤਾਂ ਜਿਹੜਾ ਆਦਮੀ ਮੰਦਰ ਜਾਂਦਾ ਹੈ, ਮਸਜਿਦ ਜਾਂਦਾ ਹੈ, ਉਸ ਦੀ ਆਕੜ ਵੇਖੋ। ਸਾਰਿਆਂ ਵੱਲ ਵੇਖਦਾ ਹੈ ਕਿ ਤੁਸੀਂ ਸਾਰੇ ਨਰਕ 'ਚ ਪਾਓਗੇ, ਸੜੋਗੇ। ਮੈਂ ਮੰਦਰ ਜਾਂਦਾ ਹਾਂ ਰੋਜ਼, ਤੁਸੀਂ ਸਾਰੇ ਭ੍ਰਸ਼ਟ ਪਾਪੀ। ਜਿਹੜਾ ਆਦਮੀ ਰਾਮ ਨਾਮ ਲੈਂਦਾ ਹੈ ਉਹ ਸਮਝਦਾ ਹੈ ਕਿ ਬਸ ਸਵਰਗ ਦਾ ਦੁਆਰ ਉਸ ਦੇ ਲਈ ਪੱਕਾ ਹੋ ਗਿਆ ਅਤੇ ਬਾਕੀ ਸਾਰੇ ਨਰਕ 'ਚ ਪੈਣ ਵਾਲੇ ਹਨ। ਬੇਹੋਸ਼ੀ ਜਿੰਨੀ ਹੋਵੇਗੀ ਓਨੀ ਗੁਰੂ ਦੀ ਲੋੜ ਹੈ। ਇਸ ਨੂੰ ਤੁਸੀਂ ਐਵੇਂ ਸਮਝ ਲਓ ਜਿੰਨੀ ਤੁਹਾਡੀ ਜੀਵਨ 'ਚ ਨੀਂਦ ਹੋਵੇਗੀ ਉਨੀ ਗੁਰੂ ਦੀ ਲੋੜ। ਜਿੰਨੀ ਤੁਹਾਡੇ ਜੀਵਨ 'ਚ ਜਾਗਰਤੀ ਹੋਵੇ ਉਨਾ ਗੁਰੂ ਘੱਟ ਜ਼ਰੂਰੀ ਹੈ। ਜੇਕਰ ਤੁਸੀਂ ਪੂਰੀ ਤਰ੍ਹਾਂ ਜਾਗਰਤ ਹੋਵੋ, ਗੁਰੂ ਦੀ ਬਿਲਕੁਲ ਲੋੜ ਨਹੀਂ। ਜੇਕਰ ਤੁਸੀਂ ਬਿਲਕੁਲ ਸੁੱਤੇ ਹੋਏ ਹੋ ਤਾਂ ਤੁਸੀਂ ਆਪਣੇ ਆਪ ਜਾਗੋਗੇ ਕਿਵੇਂ? ਕੋਈ ਤੁਹਾਨੂੰ ਹਿਲਾਏਗਾ ਤਾਂ ਹੀ ਤੁਸੀਂ ਜਾਗ ਸਕਦੇ ਹੋ। ਤਾਂ ਵੀ ਭੈ ਹੈ ਕਿ ਤੁਸੀਂ ਪਾਸਾ ਮੋੜ ਕੇ ਸੌਂ ਜਾਓ। ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੁਸੀ ਵੀ ਸੱਚ। Let me check. Okay, I have enough battery. ਉਹ ਆਦ ਤੋਂ ਸੱਚ ਹੈ, ਯੁਗਾਂ ਦੇ ਆਰੰਭ 'ਚ ਸੱਚ ਹੈ, ਹੁਣੇ ਸੱਤਿਆ ਹੈ। ਨਾਨਕ ਕਹਿੰਦੇ ਹਨ ਉਹ ਸਦਾ ਸੱਤਿਆ ਹੈ, ਭਵਿੱਖ ਵਿੱਚ ਵੀ ਸੱਤਿਆ ਹੈ। ਸੱਤਿਆ ਅਤੇ ਅਸੱਤਿਆ ਦੀ ਇਹੀ ਪਰਿਭਾਸ਼ਾ ਹੈ। ਅਸੱਤਿਆ ਉਹ ਜਿਹੜਾ ਕਦੇ ਨਹੀਂ ਸੀ, ਹੁਣੇ ਹੈ, ਫੇਰ ਅਤੇ ਕਦੇ ਫੇਰ ਨਹੀਂ ਹੋ ਜਾਵੇਗਾ। ਅਸੱਤਿਆ ਦਾ ਅਰਥ ਹੈ ਦੋ ਕੰਡਿਆਂ ਉੱਤੇ ਜੋ ਨਹੀਂ ਅਤੇ ਵਿਚਕਾਰ ਹੈ। ਸੁਪਨਾ, ਸਵੇਰੇ ਤੁਸੀਂ ਉੱਠੇ ਤਦ ਗੁਆਚ ਗਿਆ, ਰਾਤ ਜਦੋਂ ਤੁਸੀਂ ਸੁੱਤੇ ਤਦ ਨਹੀਂ ਸੀ। ਇਸ ਲਈ ਸਵੇਰੇ ਤੁਸੀਂ ਕਹਿੰਦੇ ਹੋ ਕਿ ਸੁਪਨਾ ਝੂਠਾ ਸੀ, ਸੱਚ ਨਹੀਂ, ਕਿਉਂਕਿ ਸ਼ਾਮ ਨਹੀਂ ਸੀ, ਸਵੇਰੇ ਫੇਰ ਨਹੀਂ ਹੈ। ਤੁਹਾਡੇ ਇਹ ਦੇਹ ਇੱਕ ਦਿਨ ਨਹੀਂ ਸੀ, ਇੱਕ ਦਿਨ ਫੇਰ ਨਹੀਂ ਹੋ ਜਾਵੇਗੀ। ਇਹ ਦੇਹ ਝੂਠੀ ਹੈ। ਗੁੱਸਾ ਆਇਆ ਇੱਕ ਪਲ ਪਹਿਲਾਂ ਨਹੀਂ ਸੀ ਅਤੇ ਘੜੀ ਭਰ ਪਿੱਛੋਂ ਫੇਰ ਚਲਾ ਜਾਵੇਗਾ। ਇਹ ਗੁੱਸਾ ਸੁਪਨਾ ਹੈ, ਸੱਚ ਨਹੀਂ ਹੈ। ਜੋ ਸਦਾ ਹੈ ਉਹੀ ਸੱਤਿਆ ਹੈ। ਅਤੇ ਤੁਸੀਂ ਇਸ ਧਾਰਨਾ ਨੂੰ ਡੂੰਘੇ ਲੈ ਜਾਓ ਤਾਂ ਤੁਹਾਡੇ ਜੀਵਨ 'ਚ ਰੂਪਾਂਤਰਣ ਬਦਲਾਅ ਹੋ ਜਾਏਗਾ।
ਉਸ ਦੇ ਨਾਲ ਬਹੁਤ ਜ਼ਿਆਦਾ ਚਿੰਬੜਨਾ ਨਹੀਂ ਜਿਹੜਾ ਬਦਲਦਾ ਹੈ। ਤੁਸੀਂ ਉਸੇ ਦੀ ਖੋਜ ਕਰਨਾ ਜਿਹੜਾ ਅਣਬਦਲਿਆ ਹੈ, ਸਦਾ ਸਥਾਈ ਅਤੇ ਠਹਿਰਿਆ ਹੋਇਆ ਹੈ। ਕੌਣ ਹੈ ਤੁਹਾਡੇ ਅੰਦਰ ਜਿਹੜਾ ਕਦੇ ਨਹੀਂ ਬਦਲਦਾ? ਉਸ ਨੂੰ ਹੀ ਲੱਭੋ। ਜ਼ਰੂਰ ਉਹ ਤੁਹਾਡੇ ਅੰਦਰ ਹੈ। ਸਾਰੀ ਬਦਲਾਹਟ ਉਸੇ ਤੇ ਹੁੰਦੀ ਹੈ। ਜਿਵੇਂ ਗੱਡੀ ਦਾ ਚਾਕ ਚੱਲਦਾ ਹੈ, ਉਹ ਇੱਕ ਤੁਰੇ ਕਿੱਲੇ ਤੇ ਚੱਲਦਾ ਹੈ ਜੋ ਠਹਿਰਿਆ ਰਹਿੰਦਾ ਹੈ। ਚਾਕ ਚੱਲਦਾ ਰਹਿੰਦਾ ਹੈ, ਧੁਰਾ ਠਹਿਰਿਆ ਰਹਿੰਦਾ ਹੈ। ਜਿਵੇਂ ਹੀ ਧੁਰੀ ਵੱਖਰੀ ਹੋਈ, ਪਹੀਆ ਝਟਪਟ ਡਿੱਗ ਪਵੇਗਾ। ਜਿਹੜਾ ਬਦਲਾਅ ਹੋ ਰਿਹਾ ਹੈ ਉਹ ਵੀ ਸ਼ਾਸ਼ਵਤ ਦੇ ਉੱਪਰ ਹੋ ਰਿਹਾ ਹੈ। ਆਤਮਾ ਦੀ ਧੂਰੀ ਠਹਿਰੀ ਹੋਈ ਹੈ, ਸਰੀਰ ਦਾ ਪਹੀਆ ਘੁੰਮ ਰਿਹਾ ਹੈ। ਜਿਵੇਂ ਹੀ ਧੂਰੀ ਵੱਖਰੀ ਹੋਈ, ਪਹੀਆ ਡਿੱਗ ਪੈਂਦਾ ਹੈ। ਵੈਰੀ ਨਾਈਸ ਬਾਬਾ ਜੀ, ਥੈਂਕ ਯੂ ਵੈਰੀ ਮਚ। ਨਾਨਕ ਕਹਿੰਦੇ ਹਨ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹੀ ਸੱਤਿਆ ਹੈ, ਉਹੀ ਇੱਕ, ਕਿਉਂਕਿ ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਕੱਲ ਵੀ ਹੋਵੇਗਾ, ਸਦਾ ਰਹੇਗਾ। ਹੋਰ ਬਾਕੀ ਸਭ ਸੁਪਨਾ ਹੈ। ਇਹ ਇੱਕ ਬਚਨ ਤੁਹਾਡੇ ਮਨ 'ਚ ਡੂੰਘਾ ਬੈਠ ਜਾਏ। ਜਦ ਗੁੱਸਾ ਆਏ ਤਦ ਆਪਣੇ ਮਨ 'ਚ ਦੁਹਰਾਣਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਫ਼ਰਤ ਆਵੇ, ਲੋਭ ਆਵੇ ਤਾਂ ਵੀ ਦੁਹਰਾਣਾ ਅਤੇ ਧਿਆਨ ਰੱਖਣਾ ਕਿ ਜੋ ਹੁਣੇ ਨਹੀਂ ਸੀ, ਹੁਣੇ ਹੋਇਆ, ਉਹ ਸੁਪਨਾ ਹੈ, ਗੁਆਚ ਜਾਏਗਾ। ਇਸ ਦੇ 'ਚ ਤਾਂ ਬਹੁਤ ਜਕੜੇ ਹੋਣ ਦੀ ਜ਼ਰੂਰਤ ਨਹੀਂ ਹੈ। ਸਾਖਸ਼ੀ ਭਾਵ ਰੱਖਣਾ। ਹੌਲੀ ਹੌਲੀ ਤੁਸੀਂ ਪਾਓਗੇ ਕਿ ਵਿਅਰਥ ਆਪਣੇ ਆਪ ਡਿੱਗਣ ਲੱਗਾ, ਕਿਉਂਕਿ ਤੁਹਾਡਾ ਉਸ ਦੇ ਨਾਲ ਸੰਬੰਧ ਟੁੱਟ ਗਿਆ ਅਤੇ ਸਾਰਥਕ ਦਾ ਜਨਮ ਹੋਣ ਲੱਗਾ, ਸ਼ਾਸ਼ਵਤ ਉੱਠਣ ਲੱਗਾ, ਸੰਸਾਰ ਗੁਆਚਣ ਲੱਗਾ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਬਹੁਤ ਅਨਮੋਲ ਬਚਨ ਹਨ। ਨਾਨਕ ਦਾ ਸਾਰਾ ਸਾਰ ਸੋਚ ਕੇ ਵੀ ਅਸੀਂ ਉਸ ਨੂੰ ਸੋਚ ਨਹੀਂ ਸਕਦੇ, ਹਾਲਾਂਕਿ ਅਸੀਂ ਲੱਖਾਂ ਵਾਰ ਸੋਚ ਸਕਦੇ ਹਾਂ। ਸੋਚ ਕੇ ਉਸ ਨੂੰ ਕਦੇ ਕਿਸੇ ਨੇ ਪਾਇਆ ਨਹੀਂ। ਸੋਚ ਕੇ ਹੀ ਤਾਂ ਅਸੀਂ ਉਸ ਨੂੰ ਗੁਆਇਆ ਹੈ। ਜਿੰਨਾ ਅਸੀਂ ਸੋਚਦੇ ਹਾਂ ਉਨਾ ਹੀ ਵਿਚਾਰਾਂ ਵਿੱਚ ਅਸੀਂ ਗੁਆਚ ਜਾਂਦੇ ਹਾਂ। ਪਰਮਾਤਮਾ ਕੋਈ ਵਿਚਾਰ ਨਹੀਂ ਹੈ, ਉਹ ਕੋਈ ਤਰਕ ਦਾ ਨਿਚੋੜ ਨਹੀਂ ਹੈ, ਉਹ ਕੋਈ ਦਿਮਾਗ ਦਾ ਨਿਚੋੜ ਨਹੀਂ ਹੈ। ਪਰਮਾਤਮਾ ਤਾਂ ਸੱਤਿਆ ਹੈ। ਤੁਹਾਡੇ ਸੋਚਣ ਦਾ ਸਵਾਲ ਨਹੀਂ, ਦੇਖਣਾ ਹੈ ਸੋਚਣ ਨਾਲ ਕੀ ਹੋਵੇਗਾ। ਸੋਚਣ ਨਾਲ ਤਾਂ ਭਟਕ ਜਾਓਗੇ। ਅੱਖ ਖੋਲ੍ਹਣੀ ਹੈ ਅਤੇ ਜੇਕਰ ਅੱਖਾਂ ਵਿਚਾਰਾਂ ਨਾਲ ਭਰੀਆਂ ਹਨ ਤਾਂ ਤੁਹਾਡੀਆਂ ਅੱਖਾਂ ਅੰਨੀਆਂ ਰਹਿਣਗੀਆਂ। ਅੱਖ ਨਿਰਵਿਚਾਰ ਚਾਹੀਦੀ ਹੈ ਤਾਂ ਹੀ ਦਰਸ਼ਨ ਨਸੀਬ ਹੁੰਦਾ ਹੈ। ਜਿਸ ਨੂੰ ਜੈਨ ਫਕੀਰ ਕਹਿੰਦੇ ਹਨ ਨੋ ਮਾਈਂਡ, ਜਿਸ ਨੂੰ ਕਬੀਰ ਕਹਿੰਦੇ ਹਨ ਉਨਮਨੀ ਦਸ਼ਾ, ਜਿਸ ਨੂੰ ਬੁੱਧ ਕਹਿੰਦੇ ਹਨ ਚਿੱਤ ਦਾ ਗੁਆਚ ਜਾਣਾ, ਜਿਸ ਨੂੰ ਪਤੰਜਲੀ ਨੇ ਕਿਹਾ ਹੈ ਨਿਰਵਿਕਲਪ ਸਮਾਧੀ। ਸਾਰੇ ਵਿਕਲਪ ਅਤੇ ਵਿਚਾਰ ਜਿੱਥੇ ਗੁਆਚ ਗਏ ਉਹੀ ਨਾਨਕ ਕਹਿ ਰਹੇ ਹਨ। ਸੋਚ ਕੇ ਵੀ ਅਸੀਂ ਉਸ ਨੂੰ ਸੋਚ ਨਹੀਂ ਸਕਦੇ, ਜਦ ਕਿ ਅਸੀਂ ਲੱਖਾਂ ਵਾਰ ਵੀ ਸੋਚਦੇ ਰਹੀਏ। ਚੁੱਪ ਹੋਣ ਨਾਲ ਵੀ ਉਸ ਮੌਨ ਨੂੰ ਉਪਲਬਧ ਪ੍ਰਾਪਤ ਨਹੀਂ ਹੋਇਆ ਜਾ ਸਕਦਾ, ਜਦ ਕਿ ਅਸੀਂ ਲਗਾਤਾਰ ਧਿਆਨ ਵਿੱਚ ਰਹਿ ਸਕਦੇ ਹਾਂ। ਕਿਉਂ? ਸੋਚ ਕੇ ਉਸ ਨੂੰ ਪਾਇਆ ਨਹੀਂ ਜਾ ਸਕਦਾ। ਕੋਸ਼ਿਸ਼ ਕਰਕੇ ਮੌਨ ਸਾਧਿਆ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਜਿੰਨੀ ਤੁਸੀਂ ਕੋਸ਼ਿਸ਼ ਕਰੋਗੇ ਉਨਾ ਹੀ ਤੁਸੀਂ ਪਾਓਗੇ ਮੌਨ ਅਸੰਭਵ ਹੋ ਜਾਂਦਾ ਹੈ। ਕੁਝ ਚੀਜ਼ਾਂ ਹਨ ਜਿਹੜੀਆਂ ਕੋਸ਼ਿਸ਼ ਨਾਲ ਨਹੀਂ ਵਾਪਰਦੀਆਂ। ਜਿਵੇਂ ਨੀਂਦ ਨਹੀਂ ਆਉਂਦੀ ਕਿਸੇ ਨੂੰ, ਤਾਂ ਕਿੰਨੀ ਵੀ ਕੋਸ਼ਿਸ਼ ਕਰ ਲੈ ਨੀਂਦ ਨਹੀਂ ਆਵੇਗੀ। ਸੱਚ ਤਾਂ ਇਹ ਹੈ ਜਿੰਨੀ ਕੋਸ਼ਿਸ਼ ਕਰੋਗੇ ਉਨੀ ਨੀਂਦ ਮੁਸ਼ਕਿਲ ਹੋ ਜਾਵੇਗੀ, ਕਿਉਂਕਿ ਨੀਂਦ ਦਾ ਅਰਥ ਹੀ ਇਹ ਹੈ ਕਿ ਤੁਸੀਂ ਸਾਰੀ ਕੋਸ਼ਿਸ਼ ਛੱਡ ਦਿਓ, ਤਦ ਹੀ ਆਵੇਗੀ। ਤੁਸੀਂ ਕੋਸ਼ਿਸ਼ ਕਰਦੇ ਰਹੋਗੇ, ਕੋਸ਼ਿਸ਼ ਤੁਹਾਨੂੰ ਜਗਾਈ ਰੱਖੇਗੀ। ਜਾਗਣ ਨਾਲ ਕਦੇ ਨੀਂਦ ਆਈ ਹੈ? ਕੋਈ ਉਪਾਅ ਨੀਂਦ ਲਿਆਉਣ ਦਾ ਨਹੀਂ, ਕਿਉਂਕਿ ਨੀਂਦ ਆਉਂਦੀ ਹੀ ਤਦ ਹੈ ਜਦ ਤੁਸੀਂ ਨਿਰਉਪਾਏ ਹੋ ਜਾਂਦੇ ਹੋ। ਜਦ ਤੁਸੀਂ ਕੋਈ ਉਪਾਅ ਨਹੀਂ ਕਰਦੇ ਹੋ, ਪਏ ਹੋ ਬਿਸਤਰੇ ਤੇ ਬਿਨਾਂ ਉਪਾਏ, ਤਦ ਨੀਂਦ ਆ ਜਾਂਦੀ ਹੈ। ਤੁਸੀਂ ਆਪਣੇ ਆਪ ਨੂੰ ਜ਼ਬਰਦਸਤੀ ਕਿਵੇਂ ਮੌਨ ਕਰੋਗੇ? ਤੁਸੀਂ ਬੈਠ ਸਕਦੇ ਹੋ, ਸਰੀਰ ਨੂੰ ਸਾਹ ਸਕਦੇ ਹੋ ਪੱਥਰ ਦੀ ਮੂਰਤੀ ਵਾਂਗ, ਪਰ ਅੰਦਰ ਮਨ ਉਬਲਦਾ ਰਹੇਗਾ। ਨਾਨਕ ਇੱਕ ਮੁਸਲਮਾਨ ਨਵਾਬ ਦੇ ਘਰ ਪ੍ਰਾਹੁਣੇ ਸਨ। ਨਾਨਕ ਨੂੰ ਕੀ ਹਿੰਦੂ ਕੀ ਮੁਸਲਮਾਨ, ਜਿਹੜਾ ਗਿਆਨੀ ਹੈ ਉਸ ਦੇ ਲਈ ਸੰਪਰਦਾਇ ਦੀ ਸੀਮਾ ਨਹੀਂ। ਉਸ ਨਵਾਬ ਨੇ ਨਾਨਕ ਨੂੰ ਕਿਹਾ ਕਿ ਜੇਕਰ ਤੁਸੀਂ ਸੱਚ ਹੀ ਕਹਿੰਦੇ ਹੋ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤਾਂ ਅੱਜ ਸ਼ੁੱਕਰਵਾਰ ਦਾ ਦਿਨ ਹੈ, ਸਾਡੇ ਨਾਲ ਨਮਾਜ਼ ਪੜ੍ਹਨ ਚਲੋ। ਨਾਨਕ ਰਾਜ਼ੀ ਹੋ ਗਏ, ਪਰ ਉਹਨਾਂ ਨੇ ਕਿਹਾ ਜੇਕਰ ਤੁਸੀਂ ਪੜ੍ਹੋਗੇ ਤਾਂ ਅਸੀਂ ਵੀ ਪੜ੍ਹਾਂਗੇ। ਨਵਾਬ ਨੇ ਕਿਹਾ ਇਹ ਵੀ ਕੋਈ ਸ਼ਰਤ ਦੀ ਗੱਲ ਹੋਈ, ਅਸੀਂ ਤਾਂ ਨਮਾਜ਼ ਪੜ੍ਹਨ ਜਾ ਹੀ ਰਹੇ ਹਾਂ। ਪੂਰਾ ਪਿੰਡ ਇਕੱਠਾ ਹੋ ਗਿਆ, ਮੁਸਲਮਾਨ ਹਿੰਦੂ ਸਾਰੇ ਇਕੱਠੇ ਹੋ ਗਏ। ਹਿੰਦੂਆਂ 'ਚ ਤਾਂ ਤਹਿਲਕਾ ਮਚ ਗਿਆ। ਨਾਨਕ ਦੇ ਘਰ ਦੇ ਲੋਕ ਵੀ ਪੁੱਛ ਗਏ ਕਿ ਇਹ ਕੀ ਕਰ ਰਹੇ ਹੈ।
ਲੋਕਾਂ ਨੂੰ ਲੱਗਿਆ ਕਿ ਨਾਨਕ ਮੁਸਲਮਾਨ ਬਣਨ ਜਾ ਰਹੇ ਹਨ। ਲੋਕ ਆਪਣੇ ਡਰ ਨਾਲ ਹੀ ਦੂਜਿਆਂ ਨੂੰ ਵੀ ਲੋਕ ਆਪਣੇ ਡਰ ਨਾਲ ਹੀ ਦੂਜਿਆਂ ਨੂੰ ਵੀ ਤਲਦੇ। ਆਈ ਡੋਂਟ ਨੋ। ਨਾਨਕ ਮਸਜਿਦ ਗਏ, ਨਮਾਜ਼ ਪੜ੍ਹੀ ਗਈ। ਨਵਾਬ ਬਹੁਤ ਨਾਰਾਜ਼ ਹੋਇਆ। ਵਿੱਚ ਮੁੜ ਕੇ ਵੇਖ ਲੈਂਦਾ ਸੀ ਕਿ ਨਾਨਕ ਤਾਂ ਨਾ ਚੁੱਕੇ ਨਾ ਨਮਾਜ਼ ਪੜ੍ਹੀ, ਬਸ ਖਲੋਤੇ ਹਨ। ਛੇਤੀ ਨਮਾਜ਼ ਪੂਰੀ ਕੀਤੀ, ਕਿਉਂਕਿ ਗੁੱਸੇ 'ਚ ਕਦੇ ਨਮਾਜ਼ ਪੜ੍ਹੀ ਦੀ ਹੈ। ਪੜ੍ਹ ਕੇ ਕਿਸੇ ਤਰ੍ਹਾਂ ਪੂਰੀ ਕੀਤੀ। ਲੋਕ ਨਾਨਕ ਦੇ ਉੱਤੇ ਟੁੱਟ ਪਏ ਅਤੇ ਉਹਨਾਂ ਨੇ ਕਿਹਾ, ਤੁਸੀਂ ਧੋਖੇਬਾਜ਼ ਹੋ। ਕਿਹੋ ਜਿਹੇ ਸਾਧੂ, ਕਿਹੋ ਜਿਹੇ ਸੰਤ। ਤੁਸੀਂ ਵਚਨ ਦਿੱਤਾ ਸੀ ਕਿ ਨਮਾਜ਼ ਪੜ੍ਹਨ ਦਾ, ਪਰ ਪੂਰਾ ਕੀਤਾ ਨਹੀਂ। ਨਾਨਕ ਨੇ ਕਿਹਾ, ਵਚਨ ਦਿੱਤਾ ਸੀ, ਸ਼ਰਤ ਤੁਸੀਂ ਭੁੱਲ ਗਏ। ਮੈਂ ਕਿਹਾ ਸੀ ਕਿ ਜੇਕਰ ਤੁਸੀਂ ਨਮਾਜ਼ ਪੜ੍ਹੋਗੇ ਤਾਂ ਮੈਂ ਪੜ੍ਹਾਂਗਾ। ਤੁਸੀਂ ਨਹੀਂ ਪੜ੍ਹੀ ਤਾਂ ਮੈਂ ਕਿਵੇਂ ਪੜ੍ਹਦਾ। ਨਵਾਬ ਨੇ ਕਿਹਾ, ਕੀ ਕਹਿ ਰਹੇ ਹੋ, ਹੋਸ਼ ਵਿੱਚ ਹੋ? ਇੰਨੇ ਲੋਕ ਗਵਾਹ ਹਨ ਕਿ ਅਸੀਂ ਨਮਾਜ਼ ਪੜ੍ਹ ਰਹੇ ਸੀ। ਨਾਨਕ ਨੇ ਕਿਹਾ, ਇਹਨਾਂ ਦੀ ਗਵਾਹੀ ਮੈਂ ਨਹੀਂ ਮੰਨਦਾ, ਕਿਉਂਕਿ ਮੈਂ ਤੁਹਾਨੂੰ ਵੇਖ ਰਿਹਾ ਸੀ ਅੰਦਰ ਕੀ ਹੋ ਰਿਹਾ ਹੈ। ਤੁਸੀਂ ਤਾਂ ਕਾਬੁਲ 'ਚ ਘੋੜੇ ਖਰੀਦ ਰਹੇ ਸੀ। ਨਵਾਬ ਥੋੜ੍ਹਾ ਹੈਰਾਨ ਹੋਇਆ, ਕਿਉਂਕਿ ਖਰੀਦ ਉਹ ਘੋੜੇ ਹੀ ਰਿਹਾ ਸੀ। ਉਸ ਦਾ ਵਧੀਆ ਤੋਂ ਵਧੀਆ ਘੋੜਾ ਉਸੇ ਦਿਨ ਸਵੇਰੇ ਮਰ ਗਿਆ ਸੀ। ਉਹ ਉਸਦੇ ਹੀ ਦੁੱਖ ਨਾਲ ਭਰਿਆ ਸੀ। ਨਮਾਜ਼ ਕੀ ਸਵਾਹ। ਉਹ ਇਹੀ ਸੋਚ ਰਿਹਾ ਸੀ ਕਿ ਕਿਵੇਂ ਕਾਬੁਲ ਜਾਵਾਂ, ਕਿਵੇਂ ਵਧੀਆ ਘੋੜਾ ਖਰੀਦਾਂ, ਕਿਉਂਕਿ ਉਸਦੇ ਲਈ ਘੋੜਾ ਵੱਡੀ ਸ਼ਾਨ ਸੀ, ਇੱਜ਼ਤ ਸੀ। ਅਤੇ ਨਾਨਕ ਨੇ ਕਿਹਾ, ਇਹ ਮੌਲਵੀ ਹੈ ਤੁਹਾਡਾ ਜਿਹੜਾ ਨਮਾਜ਼ ਪੜ੍ਹਵਾ ਰਿਹਾ ਸੀ। ਇਹ ਖੇਤ 'ਚ ਆਪਣੀ ਫਸਲ ਕੱਟ ਰਿਹਾ ਸੀ ਅਤੇ ਇਹ ਗੱਲ ਸੱਚ ਸੀ। ਮੌਲਵੀ ਨੇ ਵੀ ਕਿਹਾ ਕਿ ਗੱਲ ਤਾਂ ਇਹ ਸੱਚ ਹੈ, ਫਸਲ ਪੱਕ ਗਈ, ਚਿੰਤਾ ਮਨ ਉੱਤੇ ਚੜੀ ਹੋਈ ਹੈ। ਨਾਨਕ ਨੇ ਕਿਹਾ, ਹੁਣ ਤੁਸੀਂ ਬੋਲੋ। ਤੁਸੀਂ ਨਮਾਜ਼ ਪੜ੍ਹੀ ਜੋ ਮੈਂ ਸਾਥ ਦਿੰਦਾ। ਤੁਸੀਂ ਜ਼ਬਰਦਸਤੀ ਨਮਾਜ਼ ਪੜ੍ਹ ਲਓ, ਤੁਸੀਂ ਜ਼ਬਰਦਸਤੀ ਧਿਆਨ ਕਰ ਲਓ, ਤੁਸੀਂ ਜ਼ਬਰਦਸਤੀ ਪੂਜਾ ਪ੍ਰਾਰਥਨਾ ਕਰ ਲਓ। ਕੀ ਤੁਸੀਂ ਕਰ ਰਹੇ ਹੋ, ਇਸ ਦਾ ਕੋਈ ਮੁੱਲ ਨਹੀਂ ਹੈ। ਕੀ ਤੁਹਾਡੇ ਅੰਦਰ ਹੋ ਰਿਹਾ ਹੈ? ਤੁਸੀਂ ਪੱਥਰ ਦੀ ਮੂਰਤ ਵਾਂਗ ਬੈਠ ਜਾਓ। ਉਸ ਦੇ ਨਾਲ ਕੀ ਹੋਵੇਗਾ? ਸਰੀਰ ਨੂੰ ਸਾਧ ਲਓ। ਉਸ ਦੇ ਨਾਲ ਕੀ ਮਨ ਸਦੇਗਾ? ਮਨ 'ਚ ਤਾਂ ਉਹੀ ਚੱਲਦਾ ਰਹੇਗਾ ਜਿਹੜਾ ਚੱਲਦਾ ਰਿਹਾ ਸੀ, ਹੋਰ ਵੀ ਜ਼ੋਰ ਨਾਲ ਚੱਲੇਗਾ। ਜਦ ਦੇਹ ਘੱਟ ਚੱਲਦੀ ਸੀ ਤਾਂ ਸ਼ਕਤੀ ਵੱਖਰੀ ਸੀ। ਹੁਣ ਦੇਹ ਬਿਲਕੁਲ ਨਿਕੰਮੀ ਹੈ। ਓਕੇ, ਹੁਣ ਦੇਹ ਬਿਲਕੁਲ ਨਿਕੰਮੀ ਹੈ ਤਾਂ ਸਾਰੀ ਸ਼ਕਤੀ ਮਨ ਨੂੰ ਮਿਲ ਗਈ। ਹੁਣ ਮਨ 'ਚ ਹੋਰ ਜ਼ੋਰ ਨਾਲ ਵਿਚਾਰ ਉੱਠਣਗੇ। ਇਸ ਲਈ ਲੋਕ ਜਦ ਵੀ ਧਿਆਨ ਕਰਨ ਬੈਠਦੇ ਹਨ ਤਦ ਬਹੁਤੇ ਵਿਚਾਰ ਉੱਠਦੇ ਹਨ। ਪੂਜਾ ਕਰਨ ਬੈਠਦੇ ਹਨ ਤਦ ਬਾਜ਼ਾਰ ਦਾ ਬਹੁਤ ਖਿਆਲ ਆਉਂਦਾ ਹੈ। ਜਦ ਵੀ ਮੰਦਿਰ ਜਾਂਦੇ ਹਨ, ਘੰਟੀ ਵਗੈਰਾ ਵਜਾਉਂਦੇ ਹਨ, ਤਦ ਪਾਉਂਦੇ ਹਨ ਕਿ ਪਤਾ ਨਹੀਂ ਮਨ 'ਚ ਕੀ ਖਰਾਬੀ ਹੈ। ਉਂਝ ਸਾਰਾ ਕੁਝ ਠੀਕ ਚੱਲਦਾ ਹੈ। ਸਿਨੇਮੇ 'ਚ ਬੈਠਦੇ ਹਨ, ਚੁੱਪੀ ਆ ਜਾਂਦੀ। ਓਕੇ, ਵਾਈ ਨਾਟ। Powering off. जय हो। कितना टाइम हो गया? 7 more minutes. थैंक यू सर, आई लव टू सी यू। सिनेमे 'ਚ ਬੈਠਦੇ ਹਨ, ਚੁੱਪੀ ਆ ਜਾਂਦੀ ਹੈ, ਥੋੜੀ ਸ਼ਾਂਤੀ ਹੋ ਜਾਂਦੀ ਹੈ। ਲੇਕਿਨ ਮੰਦਰ 'ਚ, ਮਸਜਿਦ 'ਚ, ਗੁਰਦੁਆਰੇ 'ਚ ਬਿਲਕੁਲ ਸ਼ਾਂਤੀ ਨਹੀਂ। ਗੱਲ ਕੀ ਹੈ? ਸਿਨੇਮਾ ਤੁਹਾਡੀਆਂ ਵਾਸ਼ਨਾਵਾਂ ਨਾਲ ਇਕਮਿਕ ਹੈ। ਉੱਥੇ ਉਹੀ ਜਗਾਇਆ ਜਾ ਰਿਹਾ ਹੈ ਜੋ ਤੁਸੀਂ ਹੋ। ਉੱਥੇ ਉਹੀ ਉਭਾਰਿਆ ਜਾ ਰਿਹਾ ਹੈ ਜਿਹੜਾ ਤੁਹਾਡੇ ਅੰਦਰ ਭਰਿਆ ਹੈ। ਉਹੀ ਕੂੜਾ ਕਰਕਟ, ਉਹੀ ਗੰਦ ਤੁਹਾਡੇ ਨਾਲ ਤਾਲਮੇਲ ਬੈਠ ਜਾਂਦਾ ਹੈ। ਮੰਦਿਰ 'ਚ ਕੁਝ ਅਜਿਹੀ ਪੁਕਾਰ ਕੀਤੀ ਜਾ ਰਹੀ ਹੈ ਜਿਸ ਨਾਲ ਤੁਹਾਡਾ ਕੋਈ ਤਾਲਮੇਲ ਨਹੀਂ। ਉਸ ਨਾਲ ਸਭ ਗੜਬੜ ਹੋ ਜਾਂਦੀ ਹੈ। ਨਾਨਕ ਕਹਿੰਦੇ ਹਨ, ਚੁੱਪ ਹੋਣ ਨਾਲ ਵੀ ਕੁਝ ਨਹੀਂ ਹੋਵੇਗਾ। ਉਸ ਚੁੱਪੀ ਨੂੰ ਨਹੀਂ ਪਾਇਆ ਜਾ ਸਕਦਾ, ਜਦ ਕਿ ਅਸੀਂ ਲਗਾਤਾਰ ਧਿਆਨ 'ਚ ਰਹਿ ਸਕਦੇ ਹਾਂ। ਬੈਠੇ ਰਹੋ ਦਿਨ ਰਾਤ, ਕੁਝ ਵੀ ਨਹੀਂ ਹੋਵੇਗਾ। ਭੁੱਖਿਆਂ ਦੀ ਭੁੱਖ ਨਹੀਂ ਜਾਵੇਗੀ, ਭਾਵੇਂ ਅਸੀਂ ਪੂੜੀਆਂ ਦੇ ਪਹਾੜ ਹੀ ਕਿਉਂ ਨਾ ਜਮ੍ਹਾਂ ਕਰ ਲਈਏ, ਕਿਉਂਕਿ ਇਹ ਭੁੱਖ ਪੂਰੀਆਂ ਨਾਲ ਭਰਨ ਵਾਲੀ ਨਹੀਂ ਹੈ। ਇਹ ਜਿਹੜੀ ਧਿਆਨ ਦੀ ਭੁੱਖ ਹੈ, ਇਹ ਜਿਹੜੀ ਪਰਮਾਤਮਾ ਦੀ ਭੁੱਖ ਹੈ, ਇਹ ਕੋਈ ਸਧਾਰਨ ਭੁੱਖ ਨਹੀਂ ਹੈ। ਇਹ ਸੰਸਾਰ ਦੀ ਕੋਈ ਵੀ ਚੀਜ਼ ਉਸ ਨੂੰ ਬੁਝਾ ਨਹੀਂ ਸਕੇਗੀ। ਇਹ ਪਿਆਸ ਅਨੋਖੀ ਹੈ ਅਤੇ ਪਰਮਾਤਮਾ ਹੀ ਧਾਰ ਬਣ ਕੇ ਉਤਰੇ ਤਾਂ ਹੀ ਬੁੱਝ ਸਕਦੀ ਹੈ। ਕਿਸ ਤਰ੍ਹਾਂ ਅਸੀਂ ਸੱਚੇ ਬਣੀਏ, ਕਿਸ ਤਰ੍ਹਾਂ ਝੂਠ ਦੇ ਪਰਦੇ ਦਾ ਨਾਸ਼ ਹੋਵੇ। ਨਾਨਕ ਕਹਿੰਦੇ ਹਨ ਕਿ ਉਸ ਦੇ ਹੁਕਮ, ਉਸ ਦੀ ਮਰਜ਼ੀ ਦੇ ਮੁਤਾਬਿਕ, ਜਿਵੇਂ ਉਸਨੇ ਮਿੱਥ ਰੱਖਿਆ ਹੈ, ਲਿਖ ਰੱਖਿਆ ਹੈ, ਉਸ ਦੇ ਅਨੁਸਾਰ ਚੱਲਣ ਨਾਲ ਹੀ ਇਹ ਹੋ ਸਕਦਾ ਹੈ। ਇਹ ਬਚਨ ਬਹੁਤ ਹੀ ਧਿਆਨ ਨਾਲ ਸਮਝਣ ਦਾ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਨਹੀਂ ਤੁਹਾਡੇ ਕਰਨ ਨਾਲ ਕੁਝ ਵੀ ਨਹੀਂ ਹੋਵੇਗਾ।
ਤੁਸੀਂ ਜੋ ਵੀ ਕਰੋਗੇ ਤੁਸੀਂ ਹੀ ਕਰੋਗੇ। ਤੁਸੀਂ ਸੱਚ ਵੀ ਬੋਲੋਗੇ ਤਾਂ ਤੁਹਾਡੇ ਝੂਠ ਦੀ ਹੋਂਦ ਤੋਂ ਹੀ ਸੱਚ ਨਿਕਲੇਗਾ। ਉਹ ਸੱਚ ਵੀ ਝੂਠਾ ਹੋ ਜਾਵੇਗਾ। ਤੁਸੀਂ ਸੱਚ ਲਿਆਓਗੇ ਵੀ ਕਿੱਥੋਂ? ਤੁਸੀਂ ਬਿਲਕੁਲ ਝੂਠੇ ਹੋ। ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਨਾਨਕ ਇੱਕ ਪਿੰਡ 'ਚ ਰੁਕੇ ਸੀ। ਉਸ ਪਿੰਡ ਦੇ ਪ੍ਰਧਾਨ ਨੇ ਸਾਰੇ ਪਿੰਡ ਨੂੰ ਭੋਜਨ ਦਾ ਨਿਉਂਦਾ ਦਿੱਤਾ ਸੀ। ਕੋਈ ਯੱਗ ਹੋ ਰਿਹਾ ਸੀ। ਨਾਨਕ ਨੂੰ ਵੀ ਸੱਦਿਆ। ਨਾਨਕ ਗਏ ਨਹੀਂ। ਇੱਕ ਗਰੀਬ ਆਦਮੀ ਦੇ ਘਰ 'ਚ ਠਹਿਰੇ ਸਨ। ਉਸ ਦਾ ਨਾਂ ਸੀ ਲਾਲੋ। ਗਰੀਬ ਤਰਖਾਣ ਸੀ। ਉਸ ਦੀ ਕੋਈ ਹੈਸੀਅਤ ਨਹੀਂ ਸੀ। ਰੁੱਖੀ ਸੁੱਕੀ ਰੋਟੀ ਸੀ। ਪਿੰਡ ਦੇ ਅਮੀਰ ਨੇ ਸੱਦਾ ਦਿੱਤਾ ਸੀ। ਕਈ ਵਾਰ ਆਦਮੀ ਬੁਲਾਉਣ ਆਏ, ਨਹੀਂ ਜਦੋਂ ਮੰਨੇ ਤਾਂ ਅਮੀਰ ਆਪ ਆਇਆ। ਨਾਨਕ ਨੂੰ ਲੈ ਕੇ ਗਿਆ। ਨਾਨਕ ਨੇ ਕਿਹਾ, ਤੁਸੀਂ ਚਾਹੁੰਦੇ ਹੋ ਤਾਂ ਚਲਾਂਗਾ। ਉਸਨੇ ਮਹਿਲ ਵਿੱਚ ਲਿਜਾ ਕੇ ਪੁੱਛਿਆ, ਮੇਰੇ ਪਵਿੱਤਰ ਭੋਜਨ ਨੂੰ ਨਾ ਕਰਦੇ ਹੋ ਅਤੇ ਇਸ ਗਰੀਬ ਦਾ ਅਸ਼ੁੱਧ ਭੋਜਨ? ਉਹ ਪੰਡਿਤ ਵੀ ਨਹੀਂ ਹੈ। ਸ਼ੁੱਧ ਪੰਡਤ ਨੂੰ ਇਸ਼ਨਾਨ ਕਰਕੇ ਗੰਗਾ ਜਲ ਨਾਲ ਇਹ ਸਭ ਕੁਝ ਤਿਆਰ ਕੀਤਾ ਹੈ। ਪਵਿੱਤਰਤਮ ਅਤੇ ਤੁਸੀਂ ਇਸ ਨੂੰ ਨਾ ਕਰਦੇ ਹੋ। ਨਾਨਕ ਨੇ ਕਿਹਾ, ਰਜਨੀਸ਼ ਜੀ। ਹਾਂਜੀ।